OMG ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਅੱਜ ਸਾਰੇ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮਹਿੰਗਾਈ ਤੇ GST ਲੱਗਣ ਦੀਆਂ ਗੱਲਾਂ ਚੱਲ ਰਹੀਆਂ ਨੇ। ਹਰ ਪਾਸੇ ਚਰਚਾ ਹੈ ਕਿ ਜੀ ਆਟੇ ਤੇ GST ਲੱਗ ਗਿਆ ਜਾਂ ਹੋਰ ਕਈ ਆਈਟਮਾਂ ਤੇ GST ਲੱਗ ਗਿਆ। ਮਹਿੰਗਾਈ ਹੋਈ ਹੈ, ਬਿਲਕੁਲ ਠੀਕ ਹੈ ਕਿ ਮਹਿੰਗਾਈ ਹੋਈ ਹੈ। ਮਹਿੰਗਾਈ ਨਾਲ ਆਮ ਲੋਕ ਹੈ ਉਹਨਾਂ 'ਤੇ ਮਾਰ ਵੀ ਬਹੁਤ ਪੈ ਰਹੀ ਹੈ, ਉਹਨਾਂ ਨੂੰ ਝੱਲਣੀ ਪੈ ਰਹੀ ਹੈ। ਹਰ ਜਗ੍ਹਾ ਧਰਨੇ ਪ੍ਰਦਰਸ਼ਨ ਹੋ ਰਹੇ ਆ, ਲੋਕ ਸੜਕਾਂ 'ਤੇ ਨੇ, ਵਪਾਰੀ ਵਰਗ ਬਹੁਤ ਔਖਾ ਹੈ। ਪਰ ਇਹਦੇ ਪਿੱਛੇ ਨਾ ਇੱਕ ਗੱਲ ਯਾਦ ਚੇਤੇ ਆਉਂਦੀ ਹੈ ਕਿ ਅੱਗੇ 2024 ਇਲੈਕਸ਼ਨ ਆ ਰਹੇ ਆ। ਬਹੁਤ ਪੁਰਾਣੇ ਜ਼ਮਾਨੇ ਦੀ ਇੱਕ ਕਹਾਣੀ ਪ੍ਰਚਲਿਤ ਹੈ ਕਿ ਕੋਈ ਤੰਦੂਰ ਵਾਲਾ ਸੀ, ਉਹਨੇ ਜਿਹੜੀਆਂ ਰੋਟੀ ਉਹ 5 ਰੁਪਏ ਦੀ ਰੋਟੀ ਵੇਚਦਾ ਸੀ। ਉਹਨੇ ਕੀ ਕੀਤਾ ਕਿ ਰਾਜੇ ਕੋਲੇ ਗਿਆ, ਕਹਿੰਦਾ ਜਨਾਬ ਮੈਂ ਨਾ ਰੋਟੀ ਜਿਹੜੀ ਮਹਿੰਗੀ ਕਰਨੀ ਹੈ, ਕਿਵੇਂ ਕੀਤੀ ਜਾਵੇ? ਉਹ ਕਹਿੰਦਾ ਤੂੰ ਐਂ ਕਰ, ਕਿੰਨੇ ਦੀ ਕਰੇਗਾ? ਉਹ ਤੰਦੂਰ ਵਾਲਾ ਕਹਿੰਦਾ ਰਾਜਾ ਸਾਹਿਬ ਮੈਂ ਇਹ ਰੋਟੀ ਜਿਹੜੀ 10 ਰੁਪਏ ਦੀ ਕਰਨੀ ਆ। ਕਹਿੰਦਾ ਨਾ, ਤੂੰ ਰੋਟੀ 5 ਤੋਂ ਲੈ ਕੇ 20 ਰੁਪਏ ਦੀ ਕਰ ਦੇ। ਕਹਿੰਦਾ ਜੀ ਕਿਵੇਂ? ਕਹਿੰਦਾ ਬਸ ਤੈਨੂੰ ਤੇਰੇ 10 ਰੁਪਏ ਮਿਲਣਗੇ, ਮੈਂ ਤੈਨੂੰ ਦੱਸੂਗਾ ਕਿਵੇਂ। ਕਹਿੰਦਾ ਤੂੰ ਅੱਜ ਤੋਂ 20 ਰੁਪਏ ਦੀ ਕਰ ਦੇ। ਉਹਨੇ ਰੋਟੀ ਜਿਹੜੀ ਹੈ 20 ਰੁਪਏ ਦੀ ਕਰਤੀ ਤਾਂ ਲੋਕ ਬੜੇ ਦੁਖੀ ਹੋਏ, ਬੜੇ ਹਾਹਾਕਾਰ ਮੱਚਿਆ ਵੀ ਜੀ ਜਨਾਬ ਤਾਂ ਰੋਟੀ ਬਹੁਤ ਮਹਿੰਗੀ ਹੋ ਗਈ। ਉਹ ਕਹਿੰਦਾ ਨਹੀਂ ਜੀ, ਇਹ ਤਾਂ 20 ਦੀ ਹੋ ਰਹੂਗੀ। ਤਾਂ ਲੋਕ ਸਾਰੇ ਇਕੱਠੇ ਹੋ ਕੇ ਰਾਜੇ ਕੋਲੇ ਪਹੁੰਚ ਗਏ। ਰਾਜਾ ਸਾਹਿਬ ਕਹਿੰਦੇ ਵੀ ਜਿਹੜੀ ਰੋਟੀ ਆ ਬਹੁਤ ਮਹਿੰਗੀ ਕਰਤੀ, 5 ਤੋਂ ਸਿੱਧੀ 20 ਰੁਪਏ ਕਰਤੀ। ਅਤੇ ਰਾਜਾ ਕਹਿੰਦਾ ਬਈ ਮਹਿੰਗਾਈ ਹੋ ਗਈ ਹੋਣੀ ਤਾਂ ਕਰਤੀ। ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ, ਐਡੀ ਮਹਿੰਗੀ ਰੋਟੀ ਬਹੁਤ ਜ਼ਿਆਦਾ ਹੈ। ਉਹਨੇ ਸਾਰੇ ਇਕੱਠ ਕੀਤਾ, ਤੰਦੂਰ ਵਾਲੇ ਨੂੰ ਵੀ ਬੁਲਾਇਆ, ਕਹਿੰਦਾ ਵੀ ਰੋਟੀ ਐਡੀ ਮਹਿੰਗੀ ਕਿਉਂ ਕਰਤੀ? ਕਹਿੰਦਾ ਜਨਾਬ ਮਹਿੰਗਾਈ ਬਹੁਤ ਹੈ। ਉਹ ਮਹਿੰਗਾਈ ਕਹਿੰਦਾ ਚੱਲ ਐਂ ਕਰ, ਤੂੰ ਰੋਟੀ 20 ਦੀ ਨਹੀਂ ਕਰਨੀ, ਤੂੰ ਘਟਾ ਇਹਨੂੰ, ਤੂੰ 15 ਦੀ ਕਰ। ਕਹਿੰਦਾ ਜੀ ਇਹ ਵੀ ਮਹਿੰਗੀ ਹੈ। ਸਾਰੇ ਕਹਿਣ ਲੱਗੇ ਜੀ ਥੋੜ੍ਹਾ ਜਿਹਾ ਹੋਰ ਫਰਕ ਹੋ। ਕਹਿੰਦਾ ਚਲੋ 12 ਦੀ ਹੋ ਗਈ ਰੋਟੀ। ਉਹਨੇ ਰੋਟੀ 12 ਦੀ ਕਰਤੀ ਅਤੇ ਲੋਕਾਂ ਦੀ ਜੈ ਜੈਕਾਰ ਕਰਨ ਲੱਗੇ ਰਾਜੇ ਦੀ ਕਿ ਰਾਜੇ ਨੇ ਬਹੁਤ ਫਾਇਦਾ ਕਰਤਾ। ਉਦੋਂ ਬਾਅਦ ਤੰਦੂਰ ਵਾਲੇ ਨੂੰ ਸੱਦਿਆ, ਕਹਿੰਦਾ ਤੂੰ 10 ਮੰਗਦਾ ਸੀ, ਕਹਿੰਦਾ 2 ਰੁਪਏ ਖਜ਼ਾਨੇ ਜਮ੍ਹਾਂ ਕਰਾ ਦਿਆ ਕਰੀ। ਤਾਂ ਇਹਦੇ ਪਿੱਛੇ ਮਤਲਬ ਆਮ ਤੌਰ 'ਤੇ ਦੇਖਿਆ ਗਿਆ ਕਿ ਸਰਕਾਰਾਂ ਦੀਆਂ ਚਾਲਾਂ ਵੀ ਹੁੰਦੀਆਂ ਨੇ ਕਿ 2024 ਇਲੈਕਸ਼ਨ ਆ ਰਿਹਾ ਤਾਂ ਉਦੋਂ ਪਹਿਲਾਂ ਮਹਿੰਗਾਈ ਇੰਨੀ ਵਧਾ ਦਿਓ ਕਿ ਲੋਕ ਹਾਹਾਕਾਰ ਹੋ ਜੇ ਅਤੇ ਉਦੋਂ ਬਾਅਦ ਥੋੜ੍ਹਾ ਬਹੁਤ ਘਾਟੇ ਕਰ ਦੇਣਗੇ ਅਤੇ ਲੋਕ ਕਹਿਣਗੇ ਲੋਕ ਸਰਕਾਰ ਚੰਗੀ ਹੈ। ਤਾਂ ਇਸੇ ਤਰ੍ਹਾਂ ਚੱਲ ਰਿਹਾ। ਬਾਕੀ ਦੂਜੇ ਪਾਸੇ ਇਹ ਵੀ ਗੱਲ ਆ ਰਹੀ ਹੈ ਸਾਹਮਣੇ ਕਿ ਕਈ ਅੱਡ ਪਾਰਟੀਆਂ ਨਾਲ ਗੱਲ ਕੀਤੀ ਗਈ, ਅੱਡ ਪਾਰਟੀਆਂ ਦੇ ਲੀਡਰਾਂ ਨਾਲ ਗੱਲ ਕੀਤੀ ਗਈ। ਉਹ ਕੋਈ ਇਹ ਨਹੀਂ ਦੇਖ ਰਿਹਾ ਕਿ ਲੋਕਾਂ ਦਾ ਫਾਇਦਾ ਨੁਕਸਾਨ ਕਿਵੇਂ ਕੀ ਕੁਛ ਹੈ, ਕੁਛ ਨਹੀਂ ਦੇਖ ਰਹੇ। ਸਾਰੇ ਸਿਰਫ ਪਾਰਟੀ ਦੇ ਹਿਸਾਬ ਨਾਲ ਚੱਲ ਰਿਹਾ। ਜੇ BJP ਦਾ ਲੀਡਰ ਹੈ ਤਾਂ ਉਹ ਇਸ ਨੂੰ ਚੰਗਾ ਕਹਿ ਰਿਹਾ, ਜਿਹੜਾ ਉਹਦਾ ਭਗਤ ਹੈ ਪਾਰਟੀ ਦਾ ਉਹ ਵੀ ਇਸ ਨੂੰ ਚੰਗਾ ਕਹਿ ਰਿਹਾ, ਪਰ ਜਿਹੜੇ ਵਿਰੋਧੀ ਲੋਕ ਨੇ ਉਹ ਇਸ ਨੂੰ ਮਾੜਾ ਕਹਿ ਰਹੇ ਨੇ। ਪਰ ਕੋਈ ਸਮਝਾ ਨਹੀਂ ਸਕਿਆ ਕਿ ਐਕਚੁਅਲ 'ਚ ਅਸਲੀਅਤ ਕੀ ਹੈ, ਆਮ ਲੋਕਾਂ ਦੇ ਅਸਰ ਇਹਦਾ ਕੀ ਪੈ ਰਿਹਾ, ਹੋਣਾ ਕੀ ਚਾਹੀਦਾ ਹੈਗਾ। ਇਹ ਗੱਲ ਸਾਡੇ ਵੀ ਸਮਝ ਨਹੀਂ ਆਈ, ਸ਼ਾਇਦ ਤੁਸੀਂ ਸਮਝ ਸਕੋ। ਆਓ ਦੇਖੋ ਕਿ ਕੀ ਕਹਿੰਦੇ ਨੇ ਅੱਡੋਡੀ ਲੋਕ। ਮੇਰਾ ਨਾਮ ਸੰਦੀਪ ਅਗਰਵਾਲ ਜੀ। ਜੋ ਕਾਂਗਰਸ ਪਾਰਟੀ ਅੱਜ ਇਮਾਨਦਾਰੀ ਹੋਣ ਦਾ ਢੋਂਗ ਰਚ ਰਹੀ ਹੈ, ਐਸੇ ਕਾਂਗਰਸ ਦੇ ਲੰਬੇ ਸਮੇਂ ਸਰਕਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਘੁਟਾਲੇ ਹੋਏ। 2G ਘੁਟਾਲੇ ਤੋਂ ਲੈ ਕੇ ਕਾਮਨਵੈਲਥ ਗੇਮਾਂ ਤੱਕ, ਖਿਡਾਰੀਆਂ ਤੱਕ ਨਹੀਂ ਐਸ ਕਾਂਗਰਸ ਨੇ ਕਿਸੇ ਨੂੰ ਬਖਸ਼ਿਆ। ਅੱਜ ਜੋ ਕਾਂਗਰਸ ਇੱਕ ਰਾਜਨੀਤਿਕ ਡਰਾਮਾ ਕਰ ਰਹੀ ਹੈ ਕੇਂਦਰ ਦੀ ਸਰਕਾਰ ਨੂੰ ਬਦਨਾਮ ਕਰਨ ਦਾ, GST ਲੱਗਣ ਤੋਂ ਬਾਅਦ ਸਾਡੇ ਵਰਗੇ ਪ੍ਰਤੇਕ ਵਪਾਰੀ ਨੂੰ ਫਾਇਦਾ ਹੋਇਆ, ਕਿਉਂਕਿ ਪਹਿਲਾਂ ਵਪਾਰੀ ਟੈਕਸ ਵੀ ਭਰਦਾ ਸੀ ਅਤੇ ਸਰਕਾਰ ਦੀ ਨਿਗਾਹ ਵਿੱਚ ਚੋਰ ਵੀ ਸੀ। ਲੇਕਿਨ GST ਤੋਂ ਬਾਅਦ ਜਿੱਥੇ ਵਪਾਰੀ ਨੂੰ ਕੇਂਦਰ ਸਰਕਾਰ ਨੇ ਸੁਵਿਧਾਵਾਂ ਦਿੱਤੀਆਂ ਨੇ, ਉੱਥੇ ਹੀ ਸਾਨੂੰ ਇੱਕ ਲਾਭ ਮਿਲਿਆ ਹੈ ਕਿ ਅਸੀਂ ਵਪਾਰੀ ਦੇਸ਼ ਵਿੱਚ ਚਲਾਉਣ ਵਿੱਚ ਸਹਾਇਕ ਹੈ। GST ਦੇ ਫਾਇਦੇ ਨੇ ਜਾਂ ਨੁਕਸਾਨ? ਬਿਲਕੁਲ, ਜਿੱਥੇ ਇਹ GST ਦੀ ਗੱਲ ਕੀਤੀ ਜਾਵੇ ਤਾਂ ਬੜੇ ਹੀ ਪਹਿਲਾਂ 35% ਤੱਕ ਸਾਡੇ ਤੋਂ ਟੈਕਸ ਲਏ ਜਾਂਦੇ ਸੀ, ਲੇਕਿਨ GST ਬਣਨ ਤੋਂ ਬਾਅਦ ਜੋ ਕੇਂਦਰ ਸਰਕਾਰ ਨੇ ਬੜੇ ਹੀ ਨੋਮੀਨਲ ਟੈਕਸ ਕੀਤੇ ਨੇ, ਉਸ ਨਾਲ ਹਰ ਵਪਾਰੀ ਨੂੰ ਵੀ ਫਾਇਦਾ ਹੋਇਆ ਅਤੇ ਗ੍ਰਾਹਕ ਨੂੰ ਵੀ ਫਾਇਦਾ ਹੋ ਰਿਹਾ। ਇਹ ਸਿਰਫ ਇੱਕ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਲਈ ਕਾਂਗਰਸ ਸਿਰਫ ਚਾਲ ਚੱਲ ਰਹੀ ਹੈ, ਹੋਰ ਕੁਝ ਵੀ ਨਹੀਂ। ਮੇਰਾ ਨਾਮ ਗੁਰਮੀਤ ਸਿੰਘ ਸਿੱਧੂ। ਨਹੀਂ, GST ਦਾ ਦੇਖੋ, ਜਿਹੜਾ GST ਇਹਨਾਂ ਨੇ ਖਾਣ ਪੀਣ ਵਾਲੀਆਂ ਵਸਤੂਆਂ ਦੇ ਉੱਤੇ ਲਾਇਆ, ਜਿਵੇਂ ਕਹਿੰਦੇ ਵੀ ਦਹੀਂ ਦੇ ਉੱਪਰ ਲਾਇਆ ਜਾਂ ਦੁੱਧ ਦੇ ਉੱਪਰ ਲਾਇਆ, ਇਹ ਤਾਂ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਆਜ਼ਾਦੀ ਤੋਂ ਵੀ ਕਿਸੇ ਨੇ ਇਹਨਾਂ ਚੀਜ਼ਾਂ ਦੇ ਉੱਤੇ GST ਲਾਇਆ। ਇਹਦਾ GST ਦਾ ਜਿਹੜਾ ਨੁਕਸਾਨ ਹੈ, ਖਾਸ ਕਰਕੇ ਆਮ ਵਰਗ, ਜਿਹੜਾ ਮਜ਼ਦੂਰ ਵਰਗ ਹੈ, ਕਿਸਾਨ ਵਰਗ ਹੈ, ਗਰੀਬ ਹੈ, ਉਹਨਾਂ ਨੂੰ ਇਹਦਾ ਬੜਾ ਨੁਕਸਾਨ ਹੈ, ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ। ਬੰਦਾ ਜਿਹੜਾ ਮਜ਼ਦੂਰ ਹੈ, ਮਜ਼ਦੂਰੀ ਕਰਕੇ ਲਿਆਉਂਦਾ, ਆਪਣਾ ਬੱਚੇ ਕਿਵੇਂ ਪਾਲੂਗਾ? ਉਹ ਉਸ ਪਰਿਵਾਰਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾ। ਆਟੇ 'ਤੇ ਵੀ GST ਲਾਤਾ ਇਹਨਾਂ ਨੇ, ਮਤਲਬ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਬਹੁਤ ਮਹਿੰਗੀਆਂ ਹੋ ਜਾਣੀਆਂ ਅਤੇ ਮਜ਼ਦੂਰ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਇਸ ਕਰਕੇ ਕੇਂਦਰ ਸਰਕਾਰ ਦਾ ਜਿਹੜਾ ਮਜ਼ਦੂਰ ਵਿਰੋਧੀ ਜਾਂ ਕਿਸਾਨ ਵਿਰੋਧੀ ਜਾਂ ਆਮ ਜਨਤਾ ਦੇ ਵਿਰੋਧੀ ਚਿਹਰਾ ਜਿਹੜਾ ਇਹਨਾਂ ਦਾ ਨੰਗਾ ਹੁੰਦਾ, ਔਰ ਬਹੁਤ ਹੀ ਇਹਦੇ ਅਸੀਂ ਵਿਰੋਧ ਕਰਦੇ ਹਾਂ। ਮਤਲਬ ਦਿਲਾਂ ਆਪਦੇ ਵਿੱਚੋਂ ਡੂੰਘਾਈ ਨਾਲ ਅਸੀਂ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ। ਨਹੀਂ, ਜਿਹੜਾ GST ਲੱਗਦਾ ਹਮੇਸ਼ਾ ਹੀ ਕੇਂਦਰ ਕੋਲ ਸਿੱਧਾ ਜਾਂਦਾ ਹੁੰਦਾ। ਜਿਹੜਾ ਔਨ ਰਿਕਾਰਡ GST ਲੱਗਦਾ ਉਹ ਕੇਂਦਰ ਕੋਲ ਹਮੇਸ਼ਾ ਹੀ ਸਿੱਧਾ ਜਾਂਦਾ ਹੁੰਦਾ। ਜਿਹੜਾ ਨਹੀਂ ਲੱਗਦਾ ਅਤੇ ਉਹ ਨਹੀਂ ਲੱਗਦਾ।
ਪਰ ਇਹਨਾਂ ਚੀਜ਼ਾਂ ਦੇ ਉੱਤੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਵੀ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਆਟੇ 'ਤੇ ਜਾਂ ਦੁੱਧ ਦਹੀਂ 'ਤੇ ਕਿਤੇ ਟੈਕਸ ਲੱਗਿਆ ਹੋਇਆ। ਇਹ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਇਹਨਾਂ ਦੇ ਮਤਲਬ ਇਹਨਾਂ ਨੇ ਆਪਦੇ ਇਤਿਹਾਸ 'ਚ ਪਹਿਲੀ ਵਾਰ ਕਰਿਆ। ਗਰੀਬ ਮਜ਼ਦੂਰਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰੀ ਇਹਨਾਂ ਨੇ। ਇਹ ਤਾਂ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਸਿੱਖਿਆ ਦੇ ਆਧਾਰ 'ਤੇ ਤਾਂ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਸਿੱਖਿਆ ਦੇਣਾ ਤਾਂ ਮਤਲਬ ਸਰਕਾਰਾਂ ਦੀ ਇੱਕ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਨੂੰ ਜਿਹੜੀ ਮਤਲਬ ਸਿੱਖਿਆ ਫ੍ਰੀ ਦੇਣੀ। ਪਰ ਇਹ ਜੇ ਸਿੱਖਿਆ ਦੇ ਸਮਾਨ ਦੇ ਉੱਤੇ ਵੀ ਮਤਲਬ ਸਟੇਸ਼ਨਰੀ ਦੇ ਉੱਤੇ ਲਾਉਂਦੇ ਆ, ਇਹ ਤਾਂ ਬਿਲਕੁਲ ਹੀ ਗਲਤ ਹੈ। ਅੱਜ ਤੱਕ ਕਿਸੇ ਸਰਕਾਰ ਨੇ, ਚਾਹੇ ਉਹ ਸਟੇਟ ਗੌਰਮੈਂਟ ਹੈ ਚਾਹੇ ਸੈਂਟਰ ਗੌਰਮੈਂਟ ਹੈ, ਕਿਸੇ ਵੀ ਸਰਕਾਰ ਨੇ ਅੱਜ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਟੈਕਸ ਨਹੀਂ ਲਾਇਆ। ਸਤਪਾਲ ਜੈਨ। GST ਦੇ ਵਿਚਾਰ ਸਾਡਾ ਨੇਕ ਹੈ, ਬਹੁਤ ਵਧੀਆ ਬਣਾਇਆ ਸਰਕਾਰ ਨੇ ਕਾਨੂੰਨ। ਇਹਦੇ ਨਾਲ ਬੋਧਰੇਸ਼ਨ ਵਪਾਰੀ ਦੇ ਬਿਲਕੁਲ ਖਤਮ ਹੈ, ਕੋਈ ਸਾਨੂੰ ਦਿੱਕਤ ਨਹੀਂ ਆਉਂਦੀ। ਨੁਕਸਾਨ ਦਾ ਨਾ ਹੀ ਨਹੀਂ ਹੈ, ਫਾਇਦਾ ਹੀ ਫਾਇਦਾ ਹੈ। ਸਾਡੀ ਦੁਕਾਨਦਾਰ ਦੇ ਬੋਧਰੇਸ਼ਨ ਘਟ ਗਈ ਜਮਾ। ਅੱਗੇ ਰੋਜ਼ ਅਸੀਂ ਦਫ਼ਤਰ ਦੇ ਚੱਕਰ ਲਾਉਂਦੇ ਸੀਗੇ, ਹੁਣ ਤਾਂ ਮਤਲਬ ਹੀ ਨਹੀਂ। ਸਾਡੀ ਦੁਕਾਨ 'ਤੇ PN ਵੀ ਨਹੀਂ ਆ ਕੇ ਪੁੱਛਦਾ। ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿਹੜੇ ਲੋਕ ਚੋਰੀ ਕਰਦੇ ਉਹਨਾਂ ਨੂੰ ਹੋ ਸਕਦਾ ਕੋਈ ਪ੍ਰੋਬਲਮ ਹੋਵੇ, ਸਹੀ ਕੰਮ ਕਰਨ ਵਾਲਿਆਂ ਦੀ ਕੋਈ ਦਿੱਕਤ ਨਹੀਂ ਹੈ, ਕੋਈ 1% ਵੀ ਦਿੱਕਤ ਨਹੀਂ ਹੈ, ਫਾਇਦਾ ਹੀ ਫਾਇਦਾ ਹੈ। और फिर भी मतलब असी रोटी कनों परेशान है। इन्नी महंगाई है कि 160 रुपये तेल का भाव है पिया, रिफाइंड का भाव है पिया, खंड 45 रुपये मिल रही है। हर एक चीज़ महंगाई है जी, ਵੱਧ ਤੋਂ ਵੱਧ महंगाई है। नहीं सानू तो नुकसान ही है जी, टैक्स लगे तो नुकसान ही है सानू। ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵੀ ਕੀ ਤੇ ਅਸੀਂ ਮਤਲਬ ਕਿ ਸਸਤਾ ਹੋਣਾ ਚਾਹੀਦਾ ਜੀ, ਫਿਰ ਜਾ ਕੇ ਦੁਨੀਆ ਨੂੰ ਫਾਇਦਾ ਜੀ ਇਹਦਾ। ਨਹੀਂ ਤਾਂ ਮਹਿੰਗਾਈ ਦੇ ਵਿੱਚ ਤਾਂ ਸਾਨੂੰ ਤੇ ਜਿਹੜਾ ਸਰਕਾਰ ਜਿਹੜਾ ਮਹਿੰਗਾਈ ਤੋਂ ਬਚਾ ਰੱਖੇ, ਸਸਤਾਈ ਕਰੇ, ਉਹ ਸਰਕਾਰ ਸਾਨੂੰ ਚਾਹੀਦੀ ਆ ਜੀ। ਸਾਨੂੰ ਐ ਨਹੀਂ ਇਹ ਸਰਕਾਰ ਨਹੀਂ ਚਾਹੀਦੀ ਵੀ ਮਹਿੰਗਾਈ ਇੰਨੀ ਹੋਵੇ ਅਤੇ ਗੱਲਾਂ ਨਾਲ ਲੋਕਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਸਸਤਾ ਕਰਾਂਗੇ, ਉਹ ਕਰਾਂਗੇ। ਸਭ ਇਹਨਾਂ ਕੋਲ ਗੱਲਾਂ ਹੀ ਰਹਿ ਜਾਂਦੀਆਂ, ਬਾਕੀ ਕਰਦਾ ਕੋਈ ਨਹੀਂ ਹੈਗਾ। 20 ਰੁਪਏ 50 ਰੁਪਏ ਉਹਦੇ ਵਿੱਚੋਂ ਕੀ ਬਣਦਾ 70 80 ਰੁਪਏ। ਹੁਣ ਸਰੋਂ ਦਾ ਤੇਲ ਹੀ ਦੇਖ ਲਓ ਤੁਸੀਂ, 120 30 ਰੁਪਏ ਲੀਟਰ ਹੋਇਆ ਪਿਆ ਗਾ ਜੀ। ਜੇ GST ਕੱਟ ਕੇ 80 ਰੁਪਏ ਬਚੇ, ਤੇਲ ਅਸੀਂ ਕਿੱਥੋਂ ਲੈ ਕੇ ਜਾਵਾਂਗੇ ਔਰ ਬੱਚਿਆਂ ਨੂੰ ਕੀ ਖਵਾਵਾਂਗੇ ਪਾਵਾਂਗੇ? ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਦਾ ਫਿਊਚਰ ਬਹੁਤ ਔਖਾ ਹੈ ਜੀ ਸਾਡੇ। ਔਰ ਸਟੱਡੀਆਂ ਇੰਨੀਆਂ ਮਹਿੰਗੀਆਂ ਹੋਈਆਂ ਪਈਆਂ ਨੇ ਕਿ ਹੱਦ ਤੋਂ ਜ਼ਿਆਦਾ ਜੀ। ਨਹੀਂ, ਬਿਜਲੀ ਤਾਂ ਜੀ ਘਰਾਂ ਨੂੰ ਫ੍ਰੀ ਕਰ ਦਿੱਤੀ ਹੈ ਨਾ ਜੀ। ਜੋ ਅਸੀਂ ਉਹਨਾਂ ਘਰਾਂ 'ਚੋਂ ਨਿਕਲ ਕੇ ਬਾਹਰ ਸ਼ਹਿਰਾਂ ਦੇ ਵਿੱਚ ਛੋਟੇ ਮੋਟੇ ਕਾਰੋਬਾਰ ਕਰਦੇ ਜਾਂ ਰੈਂਟ ਇੰਨੇ ਦੁਕਾਨਾਂ ਦੇ, ਠੀਕ ਹੈ, ਔਰ ਉਹਨਾਂ ਦੀ ਯੂਨਿਟੀ 10 ਰੁਪਏ ਤੱਕ ਹੈਗੀ ਹੈ ਨਾ। ਅਤੇ ਉਹ ਸਾਨੂੰ ਉੱਧਰੋਂ ਤਾਂ ਵਾਸ਼ ਕਰਤਾ, ਲੇਕਿਨ ਇੱਧਰ ਆ ਕੇ ਅਸੀਂ ਫਿਰ ਫਸ ਗਏ। ਸਾਡੀ ਤਾਂ ਉੱਥੇ ਆ ਗਈ ਨਾ ਸਮੱਸਿਆ ਜੀ। ਜਾਂ ਤਾਂ ਸਾਰਿਆਂ ਨੂੰ ਇੱਕੋ ਰੇਟ ਹੀ ਕਰ ਦੇਣਾ ਸੀ ਇਹਨਾਂ ਨੇ, ਤਾਂ ਬੈਸਟ ਸੀਗਾ ਵੀ ਘਰ ਦੀ ਔਰ ਦੁਕਾਨਾਂ ਦੀ ਜੀ। ਤਿਰੰਗਾ ਦਾ ਤਾਂ ਲਹਿਰਾਈ ਹੈ ਨਾ ਜੇ ਸਾਨੂੰ ਕੋਈ, ਚਲੋ ਦੇਸ਼ ਦੇ ਖਾਤਰ ਖੈਰ ਦੇਸ਼ ਹੈ ਆਪਣਾ, ਤਿਰੰਗਾ ਲਹਿਰਾਉਣਾ ਚਾਹੀਦਾ ਗਾ, ਇੱਜ਼ਤ ਕਰਨੀ ਚਾਹੀਦੀ ਹੈ ਦੇਸ਼ ਦੀ। ਪਰ ਲੇਕਿਨ ਕੀ ਹੈ, ਤਿਰੰਗਾ ਤਾਂ ਚੰਗਾ ਲੱਗਦਾ ਨਾ ਲਹਿਰਾਉਣਾ ਜੇ ਮਹਿੰਗਾਈ ਤੋਂ ਵੀ ਸਾਨੂੰ ਰਾਹਤ ਮਿਲੇ ਔਰ ਦੇਸ਼ ਲਈ ਕੁਛ ਇਹ ਆਉਣ ਵਾਲੀਆਂ ਸਰਕਾਰਾਂ ਕੁਛ ਕਰਨ। ਕਰਪਸ਼ਨ ਇੰਨੀ ਹੋਈ ਪਈ ਹੈ ਕਿ ਆਪ ਖਾਈ ਜਾਂਦੇ, ਥੱਲੇ ਕੁਛ ਆ ਨਹੀਂ ਰਿਹਾ ਹੈਗਾ। ਅਮਿਤ ਕਪੂਰ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਪ੍ਰਧਾਨ। ਮਹਿੰਗਾਈ ਦਾ ਜਿਹੜਾ GST ਦਾ ਜਿਹੜਾ ਨਾਨ ਬ੍ਰਾਂਡਡ ਚੀਜ਼ਾਂ ਦਾ ਜਿਹੜਾ GST ਸਰਕਾਰ ਨੇ ਲਗਾਇਆ ਹੈ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਇਹਦੀ ਪੁਰਜ਼ੋਰ ਨਿੰਦਾ ਕਰਦਾ। ਔਰ ਅਸੀਂ ਕਾਫੀ ਟਾਈਮ ਤੋਂ, ਜਦ ਤੋਂ ਮੇਰੇ ਖਿਆਲ 10-15 ਦਿਨ ਹੋਏ ਇਹਨਾਂ ਨੇ, ਸੀਤਾਰਮਨ ਜੀ ਨੇ ਜਦੋਂ ਦਾ ਅਨਾਊਂਸ ਕੀਤਾ ਹੈ, ਅਸੀਂ ਇਹਦੀ ਪੁਰਜ਼ੋਰ ਨਿੰਦਾ ਕਰ ਰਹੇ ਹਾਂ। ਔਰ ਇਹਨਾਂ ਨੇ ਛੋਟੇ ਵਪਾਰੀ ਨੂੰ ਮਾਰਨ ਦਾ ਕੰਮ ਕੀਤਾ ਹੈ। ਇਹਦੇ ਨਾਲ ਜਿਹੜਾ ਹੈ, ਚਾਰ ਜਿਹੜੇ ਵੱਡੇ ਘਰਾਣੇ ਜਿਹਦੇ ਵਾਸਤੇ ਮਸ਼ਹੂਰ ਹੈ ਮੋਦੀ ਸਰਕਾਰ ਵੀ ਇਹ ਵੱਡੇ ਘਰਾਣਿਆਂ ਨੂੰ ਫਾਇਦਾ ਦਿੰਦੀ ਹੈ, ਉਹ ਵੱਡੇ ਘਰਾਣਿਆਂ ਨੂੰ ਫਾਇਦਾ ਦੇਣ ਦਾ ਇਹਨਾਂ ਨੇ ਬਿਲਕੁਲ ਨੰਗੇ ਚਿੱਟੇ ਹੋ ਕੇ ਦਿਖਾਉਣਾ ਸ਼ੁਰੂ ਕਰਤਾ। ਹੁਣ ਇਹਨਾਂ ਨੇ ਦਿਖਾਤਾ ਕਿ ਛੋਟਾ ਦੁਕਾਨਦਾਰ ਜਿਹੜਾ ਹੈ ਉਹਨੂੰ ਕੋਈ ਕੰਮ ਦੀ ਕਿਸੇ ਜਗ੍ਹਾ 'ਤੇ ਰਹਿਣ ਦੀ ਲੋੜ ਨਹੀਂ ਹੈ। ਬਸ ਇਕੱਲਾ ਵੱਡਾ ਦੁਕਾਨਦਾਰ ਜਿਹੜੇ ਵੱਡੇ ਘਰਾਣੇ ਚਾਰ ਉਹਨਾਂ ਨੂੰ ਹੀ ਬਣਾਉਣਾ ਹੈ। ਅਤੇ ਛੋਟਾ ਦੁਕਾਨਦਾਰ ਜਦੋਂ GST ਦੇ ਚੱਕਰਾਂ 'ਚ ਕਿਲੋ ਆਟਾ ਵੇਚਣ ਵਾਲੇ ਨੂੰ GST ਪੈਣੂ, ਕਿਲੋ ਦਾਲ ਵੇਚਣ ਵਾਲੇ ਨੂੰ GST ਲੱਗ ਗਿਆ, ਜਾਂ ਦੁੱਧ ਵੇਚਣ ਵਾਲੇ ਨੂੰ GST ਲੱਗ ਗਿਆ, ਤਾਂ ਫਿਰ ਪਿੱਛੇ ਰਹਿ ਕੀ ਗਿਆ? ਅਤੇ ਦੁਨੀਆ ਦੇ ਉੱਤੇ ਜਦੋਂ ਆਪਾਂ ਆਏ ਸੀਗੇ, ਉਹ ਕਹਿੰਦੇ ਨਾ ਆਮ ਬੰਦੇ ਦੇ ਦਿਮਾਗ 'ਤੇ ਹੁੰਦਾ ਸੀ ਵੀ ਰੋਟੀ, ਕੱਪੜਾ ਔਰ ਮਕਾਨ, ਇਹ 3 ਚੀਜ਼ਾਂ ਜ਼ਰੂਰੀ ਹੈ। ਔਰ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ, ਮੋਦੀ ਸਰਕਾਰ ਨੇ ਦਿਖਾਤਾ ਕਿ ਬੰਦਾ ਮਰ ਜੇ ਚਾਹੇ, ਇਹਨਾਂ ਨੇ ਆਪਣਾ ਟੈਕਸ ਜਿਹੜਾ ਇਕੱਠਾ ਕਰਨਾ। ਇਹੀ ਚੀਜ਼ ਇਹਨਾਂ ਦਾ ਕੰਮ। ਜਿਹੜੇ ਕੁਛ ਪਾਰਟੀਆਂ ਦੇ ਭਗਤ ਹੈਗੇ ਹੈ, ਜਿਵੇਂ ਆਪਾਂ ਕਹਿ ਦਈਏ ਜਿਹੜੀ ਰੂਲਿੰਗ ਪਾਰਟੀ ਅੱਜ ਸੈਂਟਰ ਦੇ ਵਿੱਚ ਕੰਮ ਕਰ ਰਹੀ ਹੈ, ਤਾਂ ਉਹਨਾਂ ਵਾਸਤੇ ਤਾਂ ਬਹੁਤ ਵਧੀਆ। ਉਹ ਤਾਂ ਜੇ ਕਹਿ ਦੇਣ ਮੋਦੀ ਕਹਦੇ ਵੀ ਛਾਲ ਮਾਰਨੀ ਹੈ ਛੱਤ ਤੋਂ, ਤਾਂ ਛਾਲ ਮਾਰ ਦੇਣਗੇ। ਉਹਨਾਂ ਵਾਸਤੇ ਕੋਈ ਮਾੜੀ ਗੱਲ ਨਹੀਂ ਹੈ। ਉਹਨਾਂ ਨੇ ਕਦੇ ਨਹੀਂ ਸਮਝਣਾ ਵੀ ਕਿਹਦੇ ਵੱਲ ਕੀ ਫਾਇਦਾ ਹੈ। ਇੱਕ ਦੁਕਾਨਦਾਰ ਯਾਰ ਜਿਹਨੇ ਕਦੇ 500 ਰੁਪਏ ਦੀ ਉਹਦੀ ਇਨਕਮ ਹੈ ਨਹੀਂ, ਅਤੇ ਉਹ GST ਲਵਾਤਾ, ਉਹ ਕਿੱਥੋਂ ਅਗਲਾ ਇਨਕਮ, ਕਿੱਥੋਂ ਅਗਲਾ ਵਕੀਲ ਕਰੂ, ਤਾਂ ਕਿੱਥੋਂ ਅਗਲਾ ਜਾ ਕੇ ਕੋਰਟਾਂ ਦੇ ਵਿੱਚ ਜਾ ਕੇ ਪੇਸ਼ੀਆਂ ਭਰਿਆ ਕਰੂ, ਤਾਂ ਕਿੱਥੋਂ ਜਾ ਕੇ ਉਹ ਰਿਟਰਨਾਂ ਭਰਿਆ ਕਰੂਗਾ। ਇਹਨਾਂ ਲੋਕਾਂ ਨੂੰ ਐਡੀ ਵੀ ਸਮਝ ਹੈ ਨਹੀਂ ਵੀ ਜਿਹੜਾ ਦੁਕਾਨਦਾਰ ਆਪਣੇ ਦੁਕਾਨ 'ਤੇ ਇੱਕ ਮੁੰਡਾ ਨਹੀਂ ਰੱਖ ਸਕਦਾ, 2-2 ਕਿੱਲੋ 4 ਕਿੱਲੋ ਆਟਾ ਵੇਚਣ ਵਾਸਤੇ, ਦਾਲ ਵੇਚਣ ਵਾਸਤੇ, ਜਾਂ ਘਿਓ ਵੇਚਣ ਵਾਸਤੇ, ਜਾਂ ਦੁੱਧ ਵੇਚਣ ਵਾਸਤੇ ਕੰਮ ਕਰ ਰਿਹਾ, ਉਹ ਬੰਦੇ ਨੂੰ ਜੇ ਤੁਸੀਂ ਇਹ ਦਹੀਂ ਵੇਚਣ ਵਾਲੇ ਬੰਦੇ ਨੂੰ GST ਭਰਨ 'ਤੇ ਲਾ ਦੋਗੇ ਤਾਂ ਬੰਦਾ ਮਾਰਨ ਵਾਲੀ ਗੱਲ ਕਰ ਰਹੇ ਹੋ, ਨਾ ਕਿ ਤੁਸੀਂ ਬੰਦੇ ਨੂੰ, ਬਿਜ਼ਨਸ ਨੂੰ ਬਚਾਉਣ ਵਾਸਤੇ। ਤੁਹਾਨੂੰ ਆਪਣਾ ਟੈਕਸ ਚਾਹੀਦਾ, ਚਾਹੇ ਦੁਨੀਆ ਮਰ ਜੇ, ਇਹ ਕੰਮ ਹੈ ਤੁਹਾਡਾ। ਬਸ ਮੈਂ ਤਾਂ ਪਹਿਲੇ ਇਹੀ ਗੱਲ ਹੀ ਕਹਿ ਰਿਹਾ ਕਿ ਇਹਨਾਂ ਨੂੰ, ਸਰਕਾਰ ਨੂੰ ਆਪਣੇ ਟੈਕਸਾਂ ਤੱਕ ਮਤਲਬ ਹੈ। ਇਹਨਾਂ ਲੋਕਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹਨਾਂ ਨੇ
ਗਰੀਬ ਤਬਕਾ ਤਾਂ ਮਰ ਗਿਆ। ਮੈਂ ਤੁਹਾਨੂੰ ਪਹਿਲੇ ਕਹੀ ਨਾ, ਪੈਨਸਲ ਦੇ ਉੱਤੇ, ਰਬੜ ਦੇ ਉੱਤੇ, ਸ਼ਾਰਪਨਰ ਦੇ ਉੱਤੇ, ਕਾਪੀਆਂ ਦੇ ਉੱਤੇ, ਇਹਨਾਂ ਚੀਜ਼ਾਂ ਦੇ ਜਦੋਂ ਅਸੀਂ ਟੈਕਸ ਲਾਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਉੱਥੋਂ ਸਾਡਾ ਇਹ ਦਿਖਾਵਾ ਸ਼ੁਰੂ ਹੋ ਜਾਂਦਾ ਹੈ ਕਿ ਸਰਕਾਰ ਜਿਹੜੀ ਹੈ ਤੁਹਾਨੂੰ ਮਾਰਨ ਦੇ ਕੰਮ ਕਰ ਰਹੀ ਹੈ, ਤੁਹਾਨੂੰ ਕਿਸੇ ਕੰਮ ਤੇ ਵੀ ਤੁਹਾਨੂੰ ਸਰਕਾਰ ਬਖਸ਼ਣ ਨੂੰ ਤਿਆਰ ਨਹੀਂ ਹੈ। ਇਹ ਚੀਜ਼ ਜਿਹੜੀ ਹੈ ਬਹੁਤ ਮਾੜਾ, ਬਹੁਤ ਜ਼ਿਆਦਾ ਨਿੰਦਨੀ ਹੈ। ਮੇਰੇ ਨਾਲ ਨੇ ਬੀਜੇਪੀ ਲੀਡਰ ਸਰੂਪ ਸਿੰਗਲਾ ਜੀ। ਸਿੰਗਲਾ ਜੀ, ਬੀਜੇਪੀ ਦੇ ਵਿਰੁੱਧ ਅੱਜ ਕੱਲ੍ਹ ਦੇਸ਼ ਭਰ ਵਿੱਚ ਇੱਕ ਵਿਰੋਧੀ ਲਹਿਰ ਉੱਠੀ ਹੋਈ ਹੈ ਕਿ GST ਲੱਗ ਗਏ, ਮਹਿੰਗਾਈ ਵੱਧ ਗਈ ਜਾਂ ਹੋਰ ਕਈ ਚੀਜ਼ਾਂ ਨੂੰ ਲੈ ਕੇ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਦੇਖੋ, ਇਹ ਆਪੋਜੀਸ਼ਨ ਦਾ ਪ੍ਰੋਪੋਗੰਡਾ ਹੈ। GST ਘਟਿਆ ਹੈ, ਜੋ ਰੇਸ਼ੋ 30% ਤੱਕ ਲੱਗਦੀ ਸੀ ਉਹਦੇ ਤੇ 18% ਲੱਗ ਰਿਹਾ। ਜੋ ਰੇਸ਼ੋ ਮਤਲਬ ਜਿੰਨਾ ਟੈਕਸ 3-4 ਥਾਵਾਂ ਤੇ, ਪਹਿਲਾਂ ਸਟੇਟ ਸੈਂਟਰ ਟੈਕਸ, ਫਿਰ ਸੈਂਟਰ ਸੇਲ ਟੈਕਸ, ਫਿਰ ਅਲੱਗ-ਅਲੱਗ ਤੇ ਲੈਵੀਆਂ ਤੇ ਸਾਰਾ ਕੁਝ ਕਰਕੇ ਮੈਂ ਕਹਿ ਸਕਦਾ ਕਿ ਅੱਜ GST ਦੇ ਆਉਣ ਦੇ ਨਾਲ ਜਿੱਥੇ ਵਪਾਰ ਸੌਖਾ ਹੋਇਆ ਹੈ, ਵਪਾਰੀ ਸੌਖਾ ਹੋਇਆ ਹੈ, ਤੇ ਮਹਿੰਗਾਈ ਤੇ GST ਦਾ ਕੋਈ ਇੰਪੈਕਟ ਨਹੀਂ ਹੈ। ਇਹ ਜਿਹੜੇ ਵਰਲਡ ਦੇ ਹਾਲਾਤ ਨੇ, ਯੂਕਰੇਨ ਦੀ ਲੜਾਈ ਹੈ ਜਾਂ ਪਹਿਲਾਂ ਪੈਂਡੈਮਿਕ ਹੈ, ਜਾਂ ਕਾਂਗਰਸ ਪਾਰਟੀ ਨੇ ਬਹੁਤ ਵੱਡਾ ਬੋਝ, ਜਿਹੜੇ 4 ਲੱਖ ਕਰੋੜ ਰੁਪਇਆ ਜਿਹੜਾ ਆਇਲ ਬੌਂਡ ਲਏ ਹੈ, ਉਹਨਾਂ ਚੀਜ਼ਾਂ ਦਾ ਇਫੈਕਟ ਜਿਹੜਾ ਹੈਗਾ ਇਹ ਹੈਗਾ। ਔਰ ਮੈਂ ਕਹਿ ਸਕਦਾ ਕਿ ਇੰਡੀਆ ਹੀ ਇੱਕ ਦੇਸ਼ ਹੈ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੀ ਮਿਹਨਤ ਤੇ ਉਹਨਾਂ ਦੀ ਦੂਰਦ੍ਰਿਸ਼ਟੀ ਦਾ ਅੱਜ ਜਿਹੜਾ ਹੈਗਾ ਕਿ ਜਿੱਥੇ ਇੰਡੀਆ ਦੀ ਇਕੋਨਮੀ ਗਰੋਥ ਵੀ ਬੜੀ ਵਧੀਆ ਅੱਗੇ ਵਧ ਰਹੀ ਹੈ, ਤੇ ਉਹਦੇ ਨਾਲ ਇੰਨੀਆਂ ਬਦਤਰ ਪਰਿਸਥਿਤੀਆਂ ਦੇ ਹੋਣ ਦੇ ਬਾਵਜੂਦ ਜਿਹੜੀ ਮਹਿੰਗਾਈ ਦਰ ਹੈ ਕੁਝ ਦਿਨ ਪਹਿਲਾਂ ਕਾਫੀ ਉੱਪਰ ਚਲੀ ਗਈ ਸੀ, ਉਸ ਮਤਲਬ ਨੂੰ ਕੰਟਰੋਲ ਕਰਨ ਦੇ ਵਿੱਚ 7% ਤੋਂ ਨੀਚੇ ਲਿਆਉਣ ਦੇ ਵਿੱਚ ਇਹ ਗੌਰਮੈਂਟ ਕਾਮਯਾਬ ਹੋਈ ਹੈ। ਮੈਂ ਕਹਿ ਸਕਦਾ ਕਿ ਇਹ ਆਪੋਜੀਸ਼ਨ ਦਾ ਪ੍ਰੋਪੋਗੰਡਾ ਹੈ ਆਪਦੇ ਪਾਪਾਂ ਨੂੰ ਧੋਣ ਵਾਸਤੇ। ਕਾਂਗਰਸ ਪਾਰਟੀ ਜਿਹਦੇ ਤੇ ਬਹੁਤ ਵੱਡਾ ਕਰਪਸ਼ਨ ਦਾ ਐਲੀਗੇਸ਼ਨ 2000 ਕਰੋੜ ਰੁਪਏ ਦਾ ਉਹਨਾਂ ਨੇ ਜਿਹੜਾ ਘੁਟਾਲਾ ਕੀਤਾ, ਉਹਨੂੰ ਦੱਬਣ ਵਾਸਤੇ ਤੇ ਕਿਸੇ ਤਰੀਕੇ ਨਾਲ ਉਸ ਏਜੰਡੇ ਨੂੰ ਲੁਕਾਉਣ ਵਾਸਤੇ ਇਹ ਜਿਹੜਾ ਪ੍ਰੋਪੋਗੰਡਾ ਕੀਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਲੋਕਾਂ ਦੇ ਸਾਹਮਣੇ ਆ ਜਾਣਾ ਹੈ ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ। ਨਹੀਂ ਸਰ, ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ, ਠੀਕ ਹੈ, ਉਹ ਵਿਰੋਧੀ ਪਾਰਟੀ ਹੈ, ਪਰ ਬਹੁਤ ਸਾਰੇ ਆਮ ਲੋਕ ਜਾਂ ਵਪਾਰੀ ਵਰਗ ਵੀ ਸੜਕਾਂ ਤੇ ਆ ਚੁੱਕਿਆ, ਤਾਂ ਉਹ ਤਾਂ ਫਿਰ ਪ੍ਰੋਪੋਗੰਡਾ ਨਾ ਹੋਇਆ। ਆਮ ਜਿਹੜਾ ਵਪਾਰੀ ਵਰਗ ਨਾਲ ਤੁਸੀਂ ਜਾ ਕੇ ਕਿਸੇ ਨਾਲ ਵੀ ਗੱਲ ਕਰੋਗੇ, ਵਪਾਰੀ ਵਰਗ ਅੱਜ ਕੋਈ ਸੜਕਾਂ ਤੇ ਨਹੀਂ ਹੈ। ਤੇਲ ਦੀਆਂ ਪ੍ਰਸਥਿਤੀਆਂ ਤੇ ਤੁਸੀਂ ਕੀ ਕਹਿ ਸਕਦੇ ਹੋ? ਵਪਾਰੀ ਵਰਗ ਨੂੰ ਪਤਾ ਨਹੀਂ ਹੈ ਕਿ ਤੇਲ ਕਿੱਥੋਂ ਕਿਵੇਂ ਚੱਲਦਾ ਹੈ ਤੇ ਕਿਵੇਂ ਇੰਡੀਆ ਦੇ ਵਿੱਚ ਆਉਂਦਾ ਤੇ ਕਿਸ ਤਰ੍ਹਾਂ ਉਹਦੇ ਰੇਟ ਹੈ, ਇੰਟਰਨੈਸ਼ਨਲ ਮਾਰਕੀਟ ਰੇਟ ਨਿਰਧਾਰਿਤ ਕਰਦੇ ਆ। ਜਾਂ ਅੱਜ ਮੈਂ ਕਹਿ ਸਕਦਾ ਕਿ ਇਹ ਜਿਹੜੇ ਵਿਰੋਧੀ ਹੈ, ਵਿਰੋਧੀਆਂ ਦੇ ਏਜੰਡੇ ਤੇ ਹੈ, ਜਾਂ ਵਿਰੋਧੀ ਉਹਨਾਂ ਲੋਕਾਂ ਨੂੰ ਅੱਗੇ ਕਰਕੇ ਆਪ ਦਾ ਜਿਹੜਾ ਏਜੰਡਾ ਮਤਲਬ ਸਫਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜੇ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਤੁਸੀਂ ਜਿਵੇਂ ਕਹਿ ਰਹੇ ਹੋ ਕਿ ਮਹਿੰਗਾਈ ਨਹੀਂ ਹੋਈ, GST ਤਾਂ ਉਲਟਾ ਘਟਿਆ ਹੈਗਾ, ਜਦਕਿ GST ਇਹ ਰੌਲਾ ਪੈ ਰਿਹਾ ਕਿ GST ਵਧਿਆ। ਹੋਰ ਛੋਟੀਆਂ ਆਈਟਮਾਂ ਤੇ GST ਲੱਗਣ ਤੋਂ ਇਲਾਵਾ ਹੁਣ ਤਾਂ ਆਟੇ ਤੇ ਵੀ GST ਲੱਗ ਰਿਹਾ ਹੈਗਾ, ਉਹਦੇ ਤੇ ਕਦੇ ਵੀ ਨਹੀਂ ਲੱਗਿਆ ਸੀ। ਇਹ GST ਜਿਹੜੀ ਇੱਕ ਕੌਂਸਲ ਬਣੀ ਹੈ, ਸਾਰੀਆਂ ਸਟੇਟਾਂ ਦੀ ਕੌਂਸਲ ਬਣੀ ਹੈ। ਆਟੇ ਤੇ GST ਜੇ ਲੱਗਣਾ ਹੈ ਤਾਂ ਸਟੇਟ ਦੀ ਮਰਜ਼ੀ ਨਾਲ ਲੱਗਣਾ। ਸੈਂਟਰ ਦਾ ਨਾ ਉਹਦੇ ਵਿੱਚ ਸੈਂਟਰ ਸਰਕਾਰ ਦਾ ਦਖਲ ਹੈ, ਨਾ ਸੈਂਟਰ ਸਰਕਾਰ ਨੇ ਲਾਉਣਾ। ਇਹ ਜੇ ਪੰਜਾਬ ਸਟੇਟ ਹੈ, ਪੰਜਾਬ ਸਟੇਟ ਦੀ ਮਰਜ਼ੀ ਨਾਲ ਆਟੇ ਤੇ GST ਲੱਗਣਾ ਹੈ। ਲੋਕਲ ਚੀਜ਼ਾਂ ਤੇ GST ਦਾ ਜਿਹੜਾ ਫੈਸਲਾ ਕੇਂਦਰ ਸਰਕਾਰ ਨੇ ਉਹ ਜਿਹੜੀਆਂ ਰਾਜਾਂ ਦੀਆਂ ਸਰਕਾਰਾਂ 'ਤੇ ਛੱਡਿਆ। ਸਿੰਗਲਾ ਜੀ, ਕਦੇ ਇਹ ਤਾਂ ਨਹੀਂ ਹੈਗਾ ਕਿ ਜਿਵੇਂ ਹੁਣ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਅੱਗੇ 2024 ਦੀ ਇਲੈਕਸ਼ਨ ਵੀ ਆ ਰਹੀ ਹੈ, ਕਿਤੇ ਇਹ ਮਤਲਬ ਸਕੀਮ ਹੋਵੇ, ਸਾਜ਼ਿਸ਼ ਹੋਵੇ BJP ਦੀ ਕਿ ਅੱਗੇ ਜਾ ਕੇ ਇਲੈਕਸ਼ਨ ਦੇ ਨੇੜੇ ਚੀਜ਼ਾਂ ਦੇ ਰੇਟ ਘਟਾ ਦਿਆਂਗੇ ਜਾਂ ਮਹਿੰਗਾਈ ਘਟਾ ਦਿਆਂਗੇ ਤਾਂ ਕਿ ਇਲੈਕਸ਼ਨ ਜਿੱਤਣ 'ਚ ਆਸਾਨੀ ਰਹੇ? ਦੇਖੋ, ਇਹ ਚੀਜ਼ਾਂ ਲੋਕਾਂ ਨੂੰ ਸਿਰਫ ਇੱਕ ਤਰ੍ਹਾਂ ਨਾਲ ਗਲਤ ਮੈਸੇਜ ਦਿੰਦੀਆਂ। ਜੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਰੂਡ ਦੀਆਂ ਕੀਮਤਾਂ ਘਟਣਗੀਆਂ ਤਾਂ ਇੰਡੀਆ ਦੇ ਵਿੱਚ ਪਹਿਲਾਂ ਵੀ ਘਟੀਆਂ, ਆਉਣ ਵਾਲੇ ਟਾਈਮ 'ਚ ਘਟਣਗੀਆਂ। ਜੇ ਇੰਟਰਨੈਸ਼ਨਲ ਮਾਰਕੀਟ ਨਾਲ ਸੰਬੰਧਿਤ ਆਈਟਮਾਂ ਹੈ, ਉਹਨਾਂ ਦੀਆਂ ਸਾਰੇ ਵਰਲਡ 'ਚ ਆਈਟਮਾਂ ਕੀਮਤਾਂ ਘਟਣਗੀਆਂ ਤਾਂ ਇੰਡੀਆ ਦੇ ਵਿੱਚ ਵੀ ਘਟਣਗੀਆਂ। ਅੱਜ ਜਿਹੜੀਆਂ ਚੀਜ਼ਾਂ ਹੁਣ ਅਸੀਂ ਰੋਜ਼ ਪੜ੍ਹਦੇ ਜੀ, ਆਟਾ ਮਹਿੰਗਾ ਹੋ ਗਿਆ ਜੀ, ਜਦੋਂ MSP ਅਸੀਂ ਵਧਾਇਆ ਤਾਂ MSP ਵਧਾਇਆ ਕੁਛ ਪਰਸੈਂਟੇਜ ਮਹਿੰਗਾਈ ਹਰ ਵਾਰੀ ਚੱਲਦੀ ਹੈ ਕਿ ਅੱਜ ਤੁਸੀਂ
ਪੱਤਰਕਾਰ ਹੋ, ਤੁਸੀਂ ਪੇ ਲੈਂਦੇ ਹੋ, ਹਰ ਸਾਲ ਤੁਹਾਨੂੰ ਉਹਦਾ ਜਿਹੜਾ ਹੈਗਾ ਪੇ ਦਾ ਕੁਝ ਇੰਕਰੀਜ਼ ਮਿਲਦੀ ਹੈ, ਤਾਂ ਇਸ ਤਰੀਕੇ ਨਾਲ ਥੋੜ੍ਹੀ ਮਹਿੰਗਾਈ ਨੇ ਜਿਸ ਤਰੀਕੇ ਨਾਲ ਚੱਲ ਰਿਹਾ ਸਾਰੇ ਵਰਲਡ ਦੇ ਵਿੱਚ ਤਾਂ ਵਧਣਾ ਹੈ, ਕਿਉਂਕਿ ਉਹਦੇ ਵਿੱਚ ਕਿਸੇ ਦਾ ਕੋਈ ਨਹੀਂ, ਇਹ ਇੱਕ ਐਲੀਗੇਸ਼ਨ ਵਾਲੀ ਲਾਉਣ ਵਾਲੀ ਗੱਲ ਹੈ। ਮੈਂ ਕਹਿ ਸਕਦਾ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਮਹਿੰਗਾਈ ਹੈ, ਪਰ ਮੈਂ ਇਹ ਵੀ ਨਾਲ ਕਹਿ ਸਕਦਾ ਕਿ ਇਹ ਮਹਿੰਗਾਈ ਜਿਹੜੀ ਹੈਗੀ ਹੈ ਸਾਡੀਆਂ ਨਾਲ ਵਾਲੀਆਂ ਸਟੇਟਾਂ 'ਚ ਦੇਖ ਲਓ ਕੀ ਹਾਲਾਤ ਹੈ, ਨਾਲ ਵਾਲੇ ਦੇਸ਼ਾਂ 'ਚ ਦੇਖ ਲਓ ਕੀ ਹਾਲਾਤ ਹੈ, ਉਹਨਾਂ ਹਾਲਾਤਾਂ ਦੇ ਵਿੱਚ ਇੰਡੀਆ ਬਹੁਤ ਬਿਹਤਰ ਸਥਿਤੀ ਦੇ ਵਿੱਚ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਇਹ ਏਜੰਡਾ ਹੈ ਜਾਂ ਰੌਲਾ ਪਾਉਣ ਦੀ ਗੱਲ ਹੈ ਜਾਂ ਅੰਦੋਲਨ ਕਰਨ ਦੀ ਗੱਲ ਹੈ, ਇਹ ਕਾਂਗਰਸ ਪਾਰਟੀ ਕੋਲੇ ਜੋ ਇੱਕ ਬਹੁਤ ਵੱਡਾ ਘੁਟਾਲਾ ਕਾਂਗਰਸ ਜਿਹੜਾ ਗਾਂਧੀ ਪਰਿਵਾਰ ਨੇ ਕੀਤਾ ਹੈ ਉਹ ਨਿਕਲ ਰਿਹਾ ਹੈ, ਅਤੇ ਉਹ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਉਹ ਆਪਣਾ ਜਿਹੜਾ ਹੈਗਾ ਇਹਨਾਂ ਚੀਜ਼ਾਂ 'ਤੇ ਰੌਲਾ ਪਾ ਕੇ ਆਪਣਾ ਏਜੰਡਾ ਖੜ ਰਿਹਾ। ਆਮ ਲੋਕ ਸਾਰੇ ਭਲੀ ਭਾਂਤੀ ਵਾਕਫ ਹੈ ਕੀ ਹੋ ਚੱਲ ਰਿਹਾ। ਤੁਹਾਨੂੰ ਲੱਗਦਾ ਵੀ 2024 'ਚ ਇਸ ਦਾ ਕੋਈ ਅਸਰ ਨਹੀਂ ਹੋਏਗਾ? 2024 ਦੀ ਸਥਿਤੀ ਕੀ ਰਹੇਗੀ? ਦੇਖੋ, ਅੱਜ ਜਿਸ ਤਰ੍ਹਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਪੈਂਡਾਮਿਕ ਇੱਕ ਬਹੁਤ ਵੱਡੀ ਬਿਮਾਰੀ ਜਿਹੜੀ ਆਈ ਸੀ, ਜਿਹੜਾ ਮੈਂ ਕਹਿ ਸਕਦਾ ਕਿ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ ਜਿਹੜੇ ਬੜੇ ਵਿਕਸਿਤ ਦੇਸ਼ ਨੇ, ਉਹਨਾਂ ਦੇ ਪੈਂਡਾਮਿਕ ਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਿਆ ਹੈ। ਪਰ ਇੰਡੀਆ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਦੂਰਦ੍ਰਿਸ਼ਟੀ ਕਾਰਨ ਕਿਸ ਤਰ੍ਹਾਂ ਇਹਦੇ 'ਤੇ ਕੰਟਰੋਲ ਕੀਤਾ ਗਿਆ। ਅੱਜ ਪੈਂਡਾਮਿਕ ਦੇ ਵਿੱਚ ਦੁਨੀਆ ਦੀ ਜਿਹੜੀ ਇਕੋਨਮੀ ਹੈ ਮੰਦੀ ਆ ਰਹੀ ਹੈ, ਅਤੇ ਕਰ ਲਓ ਹਿੰਦੁਸਤਾਨ ਹੈ ਜਿਹਦੀ ਇਕੋਨਮੀ ਅੱਗੇ ਜਾ ਰਹੀ ਹੈ 7.2% ਅੱਜ ਦੀ ਡੇਟ ਦੇ ਵਿੱਚ ਅੱਗੇ ਜਾ ਰਹੀ ਹੈ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰੇ ਲੋਕ ਜਦੋਂ ਹਿਸਾਬ ਲਾਉਣਗੇ ਕਿ ਕਿਹੜੇ ਲੋਕਾਂ ਦੇ ਵਿੱਚ, ਜੇ ਹੁਣ ਅਸੀਂ ਪਾਕਿਸਤਾਨ ਨਾਲ ਗੱਲ ਕਰਦੇ ਹਾਂ, ਪਾਕਿਸਤਾਨ ਜਦੋਂ ਜੀ ਕਰਦਾ ਸੀ ਅਟੈਕ ਕਰਕੇ ਚਲਾ ਜਾਂਦਾ ਸੀ, ਅੱਜ ਜ਼ਰੂਰਤ ਨਹੀਂ ਹੈ ਪਾਕਿਸਤਾਨ ਦੀ ਕੋਈ ਉਹ ਅਟੈਕ ਕਰੇ। ਜੇ ਅਸੀਂ ਗੱਲ ਕਰੀਏ ਫੋਰਨ ਪਾਲਿਸੀ ਦੀ, ਤਾਂ ਜਿੱਥੇ ਸਾਡੀ ਜਿਹੜੀ ਪਾਲਿਸੀ ਸੀ ਉਹਨੂੰ ਬਣਾਉਣ ਦੇ ਵਿੱਚ ਬਾਕੀ ਦੇਸ਼ ਜਾ ਕੇ ਆਪਦੀ ਇੰਟਰਫੇਅਰ ਕਰਦੇ ਸੀ, ਪਰ ਅੱਜ ਇੰਡੀਆ ਆਪਦੇ ਤਰੀਕੇ ਨਾਲ ਪਾਲਿਸੀ ਬਣਾ ਰਿਹਾ। ਅੱਜ ਇੰਡੀਆ ਦੀ ਇਮੇਜ ਜਿਹੜੀ ਬਹੁਤ ਬਿਹਤਰ ਹੋਈ ਹੈ, ਇੰਡੀਆ ਨੂੰ ਇੱਕ ਪਾਵਰ ਮੰਨ ਕੇ ਚੱਲਿਆ ਜਾ ਰਿਹਾ ਵਰਲਡ ਦੇ ਵਿੱਚ। ਤਾਂ ਮੈਂ ਕਹਿ ਸਕਦਾ ਕਿ ਇਹ ਜਿਹੜਾ ਹੈਗਾ ਕੋਈ ਲੋਕਾਂ ਕੋਲੇ ਜਦੋਂ ਲੋਕ ਸੋਚਣਗੇ ਕਿ ਸਾਡਾ ਦੇਸ਼ ਕੌਣ ਮਤਲਬ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦਾ, ਤਾਂ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਅੱਜ ਦੀ ਡੇਟ 'ਚ ਕੋਈ ਬਦਲ ਨਹੀਂ ਹੈ।